ਇੱਕ ਔਰਤ ਜਿਸ ਦਾ ਵਿਆਹ ਹੋਏ 10 ਸਾਲ ਹੋ ਗਏ ਸੀ ਅਤੇ ਹੁਣੇ ਤੱਕ ਇੱਕ ਵੀ ਸੰਤਾਨ ਨਹੀਂ ਹੋਈ। ਇਸ ਗੱਲ ਨਾਲ ਘਰ ਦੇ ਆਸ-ਪਾਸ ਅੜੋਸ-ਪੜੋਸ ਸਾਰੇ ਲੋਕ ਗੱਲਾਂ ਬਣਾਉਂਦੇ, ਉਸ ਨੂੰ ਬਾਂਝ ਕਹਿੰਦੇ। ਹੁਣ ਇਸ ਗੱਲ ਨਾਲ ਪਰੇਸ਼ਾਨ ਹੋ ਕੇ ਉਹ ਔਰਤ ਹਰ ਮੰਦਿਰ, ਮਸਜਿਦ, ਗੁਰਦੁਆਰਾ ਹਰ ਜਗ੍ਹਾ ਜਾਂਦੀ ਅਤੇ ਮੰਨਤਾਂ ਮੰਗਦੀ। ਹਰ ਕਿਸੇ ਦੇ ਕਹੇ ਅਨੁਸਾਰ ਚੰਗੇ ਡਾਕਟਰ ਦੇ ਕੋਲ ਇਲਾਜ ਕਰਵਾਉਣ ਜਾਂਦੀ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਇੱਕ ਬੱਚਾ ਪੈਦਾ ਹੋ ਜਾਵੇ। ਕਾਫੀ ਪੂਜਾ ਪਾਠ, ਦਵਾਈ ਦਰਪਣ ਦੇ ਬਾਅਦ ਉਸ ਨੂੰ ਇੱਕ ਪੁੱਤ ਦੀ ਪ੍ਰਾਪਤੀ ਹੁੰਦੀ ਹੈ। ਪਹਿਲੀ ਵਾਰ ਜਦ ਉਸਨੇ ਆਪਣੇ ਬੱਚੇ ਨੂੰ ਗੋਦ ਵਿੱਚ ਲਿਆ ਤਾਂ ਬੱਚਾ ਬੜਾ ਹੀ ਸੁੰਦਰ ਅਤੇ ਖੂਬਸੂਰਤ ਸੀ। ਇਹ ਦੇਖ ਕੇ ਉਹ ਮਹਿਲਾ ਕਹਿੰਦੀ ਹੈ ਕਿ ਮੇਰਾ ਪੁੱਤ ਚੰਨ ਦਾ ਟੁਕੜਾ ਹੈ, ਬੜਾ ਹੀ ਸੁੰਦਰ ਪੁੱਤ ਹੈ। ਹੁਣ ਦੋਵੇਂ ਪਤੀ ਪਤਨੀ ਆਪਣੇ ਪੁੱਤ ਨੂੰ ਬਹੁਤ ਹੀ ਚੰਗੇ ਨਾਲ ਪਾਲਣ ਲੱਗਦੇ ਹਨ, ਉਸ ਦੀ ਸੇਵਾ ਕਰਨ ਲੱਗਦੇ ਹਨ। ਹੁਣ ਇਸੇ ਤਰ੍ਹਾਂ 1 ਸਾਲ ਬੀਤ ਜਾਂਦਾ ਹੈ। 1 ਸਾਲ ਦੇ ਬਾਅਦ ਹੁਣ ਉਹ ਬੱਚਾ ਹੌਲੀ-ਹੌਲੀ ਆਪਣੇ ਬਲ ਪਰ ਖੜੇ ਹੋਣੇ ਦੀ, ਤੁਰਨੇ ਦੀ ਕੋਸ਼ਿਸ਼ ਕਰਦਾ ਹੈ। ਇੱਕ ਦਿਨ ਦੀ ਗੱਲ ਹੈ, ਉਹ ਬੱਚਾ ਇਸੇ ਤਰ੍ਹਾਂ ਘਰ ਵਿੱਚ ਖੇਲ ਰਿਹਾ ਸੀ। ਉਸ ਦੀ ਮਾਂ ਕੁਝ ਕੰਮ ਕਰ ਰਹੀ ਸੀ, ਪਿਤਾ ਘਰ ਵਿੱਚ ਨਹੀਂ ਸੀ, ਬਾਹਰ ਸੀ। ਉਹ ਬੱਚਾ ਖੇਲਦੇ-ਖੇਲਦੇ ਘਰ ਵਿੱਚ ਪਏ ਲੋਹੇ ਦੇ ਸਰੀਏ ਕੋਲ ਚਲਾ ਜਾਂਦਾ ਹੈ ਅਤੇ ਉਹ ਲੋਹੇ ਦਾ ਸਰੀਆ ਉਸ ਬੱਚੇ ਦੀ ਅੱਖ ਵਿੱਚ ਵੜ ਜਾਂਦਾ ਹੈ। ਉਸ ਬੱਚੇ ਦੀ ਅੱਖ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦੀ ਹੈ। ਬੱਚੇ ਦੀ ਰੋਣੇ ਦੀ ਆਵਾਜ਼ ਸੁਣ ਕੇ ਉਸ ਦੀ ਮਾਂ ਉਸ ਦੇ ਕੋਲ ਆਉਂਦੀ ਹੈ ਅਤੇ ਆਪਣੇ ਬੱਚੇ ਨੂੰ ਦੇਖ ਕੇ ਤੜਫ ਉੱਠਦੀ ਹੈ ਅਤੇ ਉਸ ਨੂੰ ਲੈ ਕੇ ਜਲਦੀ ਤੋਂ ਜਲਦੀ ਡਾਕਟਰ ਦੇ ਕੋਲ ਲੈ ਕੇ ਭੱਜਦੀ ਹੈ। ਉਸ ਦਾ ਪਤੀ ਵੀ ਇਹ ਖਬਰ ਸੁਣਨੇ ਦੇ ਬਾਅਦ ਉਸ ਦੇ ਨਾਲ ਡਾਕਟਰ ਦੇ ਕੋਲ ਜਾਂਦਾ ਹੈ। ਡਾਕਟਰ ਦੇ ਕੋਲ ਜਾਣੇ ਦੇ ਬਾਅਦ ਡਾਕਟਰ ਨੇ ਇਲਾਜ ਕੀਤਾ ਅਤੇ ਕਿਹਾ ਤੁਹਾਡੇ ਬੇਟੇ ਦੀ ਇੱਕ ਅੱਖ ਚਲੀ ਗਈ ਹੈ, ਉਹ ਇੱਕ ਅੱਖ ਤੋਂ ਅੰਨਾ ਹੋ ਗਿਆ ਹੈ। ਜਦ ਉਸ ਮਾਂ ਨੇ ਕਿਹਾ ਡਾਕਟਰ ਸਾਹਿਬ ਕਿਸੇ ਵੀ ਤਰ੍ਹਾਂ ਮੇਰੇ ਇਸ ਬੱਚੇ ਨੂੰ ਬਚਾ ਲਵੋ, ਮੈਂ ਕੁਝ ਵੀ ਕਰਨੇ ਦੇ ਲਈ ਤਿਆਰ ਹਾਂ। ਜਦ ਡਾਕਟਰ ਨੇ ਕਿਹਾ ਇੱਕ ਹੱਲ ਹੈ, ਜੇਕਰ ਤੁਸੀਂ ਆਪਣੀ ਇੱਕ ਅੱਖ ਆਪਣੇ ਬੱਚੇ ਨੂੰ ਦੇ ਦਿੰਦੀ ਹੋ ਤਾਂ ਤੁਹਾਡਾ ਬੱਚਾ ਠੀਕ ਹੋ ਸਕਦਾ ਹੈ। ਇਹ ਗੱਲ ਸੁਣਦੇ ਹੀ ਬੱਚੇ ਦਾ ਪਿਤਾ ਬੋਲਿਆ ਨਹੀਂ, ਇੱਕ ਹੀ ਅੱਖ ਕਾਫੀ ਹੈ। ਜਦ ਉਸ ਦੀ ਮਾਂ ਨੇ ਕਿਹਾ ਨਹੀਂ, ਮੇਰਾ ਇੰਨਾ ਸੁੰਦਰ ਜਿਹਾ ਚੰਨ ਦਾ ਟੁਕੜਾ, ਚੰਨ ਜਿਹਾ ਪੁੱਤ ਹੈ, ਉਸ ਦੀ ਇੱਕ ਅੱਖ ਚਲੀ ਗਈ, ਮੈਂ ਆਪਣੀ ਅੱਖ ਦੇਵਾਂਗੀ। ਮੇਰੀ ਅੱਖ ਚਲੀ ਜਾਵੇ ਕੋਈ ਗੱਲ ਨਹੀਂ, ਮੇਰੇ ਪੁੱਤ ਦੀ ਅੱਖ ਨਹੀਂ ਜਾਣੀ ਚਾਹੀਦੀ। ਹੁਣ ਉਸ ਮਾਂ ਦੇ ਕਹੇ ਅਨੁਸਾਰ ਉਸ ਦੀ ਇੱਕ ਅੱਖ ਕੱਢ ਕੇ ਉਸ ਦੇ ਬੱਚੇ ਨੂੰ ਲਗਾ ਦਿੱਤੀ ਜਾਂਦੀ ਹੈ। ਹੁਣ ਉਹ ਮਾਂ ਇੱਕ ਅੱਖ ਤੋਂ ਕਾਣੀ ਹੋ ਜਾਂਦੀ ਹੈ। ਹੁਣ ਸਿਰਫ ਉਸ ਦੇ ਕੋਲ ਇੱਕ ਹੀ ਅੱਖ ਬਚਦੀ ਹੈ। ਹੁਣ ਉਸ ਦਾ ਬੱਚਾ ਹੌਲੀ-ਹੌਲੀ ਠੀਕ ਹੋ ਜਾਂਦਾ ਹੈ। ਹੁਣ ਕੁਝ ਦਿਨ ਬੀਤਦੇ ਹਨ। 6 ਮਹੀਨੇ ਬਾਅਦ ਉਸ ਮਾਂ ਪਰ, ਉਸ ਮਹਿਲਾ ਪਰ ਇੱਕ ਹੋਰ ਬਹੁਤ ਬੜਾ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੋਇਆ ਇਵੇਂ ਕਿ ਉਸ ਮਹਿਲਾ ਦਾ ਪਤੀ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ। ਉਸ ਦੀ ਮੌਤ ਹੋ ਜਾਂਦੀ ਹੈ। ਹੁਣ ਉਹ ਮਹਿਲਾ, ਉਹ ਮਾਂ ਪੂਰੀ ਤਰ੍ਹਾਂ ਇਕੱਲੀ ਹੋ ਜਾਂਦੀ ਹੈ। ਸਿਰਫ ਉਸ ਦਾ ਬੱਚਾ ਅਤੇ ਉਹ ਆਪਣੇ ਬੱਚੇ ਨੂੰ ਲੈ ਕੇ ਕਿਸੇ ਤਰ੍ਹਾਂ ਆਪਣਾ ਜੀਵਨ ਬਤੀਤ ਕਰਨ ਲੱਗਦੀ ਹੈ। ਹਾਏ ਰੇ ਕਿਸਮਤ, ਉਸਦੇ ਪੁੱਤ ਦੀ ਅੱਖ ਗਈ, ਫਿਰ ਉਸਦਾ ਪਤੀ ਚਲਾ ਗਿਆ। ਹੁਣ ਉਹ ਇਕੱਲੀ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਨ ਲੱਗਦੀ ਹੈ। ਘਰ ਵਿੱਚ ਕਮਾਉਣੇ ਵਾਲਾ ਸਿਰਫ ਉਸਦਾ ਇੱਕ ਪਤੀ ਸੀ, ਜਿਸ ਦੇ ਮਰਨੇ ਦੇ ਬਾਅਦ ਉਸ ਨੂੰ ਦੂਜੇ ਘਰਾਂ ਵਿੱਚ ਜਾ ਕੇ ਭਾਂਡੇ, ਝਾੜੂ ਪੋਚਾ ਕਰਨਾ ਪੈਂਦਾ ਹੈ। ਉਹ ਰੋਜ਼ ਮਿਹਨਤ ਕਰਦੀ, ਮਜ਼ਦੂਰੀ ਕਰਦੀ ਅਤੇ ਆਪਣੇ ਬੱਚੇ ਨੂੰ ਚੰਗੇ ਖਿਡੌਣੇ ਅਤੇ ਕੱਪੜੇ ਲਿਆਉਂਦੀ। ਜਦ ਉਹ ਬੱਚਾ ਹੌਲੀ-ਹੌਲੀ ਵੱਡਾ ਹੋਇਆ, 4-5 ਸਾਲ ਦਾ ਹੋ ਗਿਆ, ਜਦ ਉਸ ਮਾਂ ਨੇ ਆਪਣੇ ਬੱਚੇ ਨੂੰ ਚੰਗੇ ਇੰਗਲਿਸ਼ ਮੀਡੀਅਮ ਸਕੂਲ ਵਿੱਚ ਦਾਖਲਾ ਕਰਵਾਇਆ, ਉਹ ਮਾਂ ਆਪਣੇ ਬੱਚੇ ਨੂੰ ਰੋਜ਼ ਉਂਗਲੀ ਫੜ ਕੇ ਸਕੂਲ ਛੱਡਣ ਜਾਂਦੀ ਅਤੇ ਛੱਡ ਕੇ ਵਾਪਿਸ ਆਉਂਦੀ। ਇਹੀ ਕੰਮ ਰੋਜ਼ ਦਾ ਸੀ। ਇੱਕ ਦਿਨ ਉਸ ਬੱਚੇ ਦੇ ਦੋਸਤਾਂ ਨੇ ਦੇਖਿਆ ਕਿ ਉਸ ਦੀ ਮਾਂ ਕਾਣੀ ਹੈ, ਇੱਕ ਅੱਖ ਤੋਂ ਅੰਨੀ ਹੈ, ਤਾਂ ਉਸ ਬੱਚੇ ਨੂੰ ਚਿੜਾਉਣ ਲੱਗਦੇ ਹਨ ਕਿ ਇਸ ਦੀ ਮਾਂ ਤਾਂ ਕਾਣੀ ਹੈ, ਇੱਕ ਅੱਖ ਤੋਂ ਅੰਨੀ ਹੈ, ਇਹ ਤਾਂ ਅੰਨੀ ਦਾ ਬੇਟਾ ਹੈ। ਹੁਣ ਇਹ ਗੱਲ ਉਸ ਬੱਚੇ ਨੂੰ ਦਿਲ ਪਰ ਲੱਗ ਜਾਂਦੀ ਹੈ। ਜਦ ਉਸ ਦੀ ਮਾਂ ਉਸ ਨੂੰ ਲੈਣੇ ਦੇ ਲਈ ਆਉਂਦੀ ਹੈ
ਜਦ ਉਹ ਬੱਚਾ ਆਪਣੀ ਮਾਂ ਨੂੰ ਕਹਿੰਦਾ ਹੈ, ਮੰਮੀ ਤੁਸੀਂ ਮੈਨੂੰ ਲੈਣ ਨਾ ਆਇਆ ਕਰੋ, ਮੇਰੇ ਦੋਸਤ ਮੈਨੂੰ ਚਿੜਾਉਂਦੇ ਹਨ ਅਤੇ ਕਹਿੰਦੇ ਹਨ ਇਸ ਦੀ ਮਾਂ ਅੰਨੀ ਹੈ, ਇਸ ਦੀ ਮਾਂ ਕਾਣੀ ਹੈ, ਕਾਣੀ ਦਾ ਬੇਟਾ ਹੈ, ਅੰਨੀ ਦਾ ਬੇਟਾ ਹੈ, ਮੈਨੂੰ ਚੰਗਾ ਨਹੀਂ ਲੱਗਦਾ। ਇਹ ਗੱਲ ਸੁਣਨੇ ਦੇ ਬਾਅਦ ਉਹ ਮਾਂ ਕੁਝ ਨਹੀਂ ਕਹਿੰਦੀ ਅਤੇ ਕਹਿੰਦੀ ਹੈ, ਠੀਕ ਹੈ, ਮੈਂ ਤੈਨੂੰ ਲੈਣੇ ਦੇ ਲਈ ਅਤੇ ਛੱਡਣ ਦੇ ਲਈ ਨਹੀਂ ਆਉਂਗੀ। ਹੁਣ ਹੌਲੀ-ਹੌਲੀ ਸਮੇਂ ਬੀਤਦਾ ਹੈ। ਉਹ ਬੱਚਾ ਪੜ੍ਹਨੇ ਲਿਖਣੇ ਵਿੱਚ ਤੇਜ਼ ਸੀ, ਹਾਈ ਸਕੂਲ ਪਾਸ ਕਰਦਾ ਹੈ, ਇੰਟਰ ਪਾਸ ਕਰਦਾ ਹੈ, ਅੱਗੇ ਦੀ ਪੜ੍ਹਾਈ ਦੇ ਲਈ ਸ਼ਹਿਰ ਚਲਾ ਜਾਂਦਾ ਹੈ। ਹੁਣ ਉਸਦੀ ਮਾਂ ਦੇ ਉੱਪਰ ਜ਼ਿੰਮੇਵਾਰੀਆਂ ਦਾ ਬੋਝ ਹੋਰ ਜ਼ਿਆਦਾ ਹੋ ਜਾਂਦਾ ਹੈ। ਸ਼ਹਿਰ ਦੀ ਪੜ੍ਹਾਈ, ਰੂਮ ਦਾ ਖਰਚਾ, ਖਾਣੇ ਦਾ ਖਰਚਾ, ਕਾਲਜ ਦੀ ਫੀਸ, ਇੰਨੇ ਸਾਰੇ ਖਰਚੇ ਉਸ ਬੇਟੇ ਦੇ ਹੋ ਜਾਂਦੇ ਹਨ। ਹੁਣ ਉਹ ਇਕੱਲੀ ਮਾਂ 10 ਘਰਾਂ ਵਿੱਚ ਭਾਂਡੇ ਮਾਂਜਣ ਲੱਗਦੀ ਹੈ। ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕੰਮ ਕਰਦੀ ਰਹਿੰਦੀ ਹੈ ਅਤੇ ਮਹੀਨੇ ਦੇ 10,000 ਰੁਪਏ ਆਪਣੇ ਪੁੱਤ ਨੂੰ ਭੇਜਦੀ ਹੈ ਉਸਦੇ ਖਰਚੇ ਦੇ ਲਈ। ਹੁਣ ਉਹ ਮਾਂ ਬਿਨਾਂ ਥੱਕੇ ਕੜੀ ਮਿਹਨਤ ਕਰਕੇ ਆਪਣੇ ਬੱਚੇ ਨੂੰ ਪੜ੍ਹਾਉਣ ਲੱਗਦੀ ਹੈ। ਉਹ ਸੋਚਦੀ ਹੈ, ਮੇਰਾ ਪੁੱਤ ਇੱਕ ਦਿਨ ਕਲੈਕਟਰ ਬਣੇਗਾ, ਜਦ ਮੇਰੇ ਸਾਰੇ ਦੁੱਖ ਦੂਰ ਹੋ ਜਾਣਗੇ, ਜਦ ਮੈਨੂੰ ਕੋਈ ਕੰਮ ਨਹੀਂ ਕਰਨਾ ਪਵੇਗਾ, ਆਰਾਮ ਕਰੂੰਗੀ, ਧਨ ਸੰਪੱਤੀ ਹੋਵੇਗੀ। ਇਸ ਗੱਲ ਨੂੰ ਸੋਚਦੇ ਹੋਏ ਉਹ ਮਾਂ ਆਪਣੇ ਪੁੱਤ ਦੀ ਪੜ੍ਹਾਈ ਵਿੱਚ ਦਿਨ ਰਾਤ ਇੱਕ ਕਰ ਦਿੰਦੀ ਹੈ। ਉਸਦੇ ਹੱਥ ਦੀ ਹਥੇਲੀਆਂ ਭਾਂਡੇ ਮਾਂਜਦੇ ਹੱਥ ਦੀ ਲਕੀਰਾਂ ਮਿਟ ਜਾਂਦੀਆਂ ਹਨ। ਕੁਝ ਸਾਲਾਂ ਦੀ ਮਿਹਨਤ ਦੇ ਬਾਅਦ ਉਹ ਬੱਚਾ ਆਪਣੀ ਮਾਂ ਨੂੰ ਚਿੱਠੀ ਲਿਖਦਾ ਹੈ ਅਤੇ ਉਹ ਚਿੱਠੀ ਵਿੱਚ ਲਿਖਦਾ ਹੈ, ਮਾਂ ਮੈਂ ਕਲੈਕਟਰ ਬਣ ਗਿਆ। ਜਦ ਮਾਂ ਨੇ ਸੋਚਿਆ, ਬੇਟੇ ਚਿੱਠੀ ਵਿੱਚ ਲਿਖ ਕੇ ਭੇਜ ਰਹੇ ਹੋ ਕਿ ਮੈਂ ਕਲੈਕਟਰ ਬਣ ਗਿਆ ਪਰ ਘਰ ਨਹੀਂ ਆਏ। ਅਰੇ ਪੁੱਤ, ਮੈਂ ਤਾਂ ਤੈਨੂੰ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦੀ ਹਾਂ। ਕਿੰਨੇ ਸਾਲ ਹੋ ਗਏ ਤੈਨੂੰ ਦੇਖੇ ਹੋਏ, ਮੈਂ ਹੁਣੇ ਤੱਕ ਤੇਰਾ ਚਿਹਰਾ ਨਹੀਂ ਦੇਖਿਆ ਪੁੱਤ, ਜਲਦੀ ਨਾਲ ਘਰ ਆ ਜਾਓ, ਮੈਂ ਤੈਨੂੰ ਦੇਖਣਾ ਚਾਹੁੰਦੀ ਹਾਂ। ਹੁਣ ਕੁਝ ਦਿਨ ਬੀਤਦੇ ਹਨ, 2 ਮਹੀਨੇ, 3 ਮਹੀਨੇ, ਹੁਣ 4 ਮਹੀਨੇ ਬਾਅਦ ਉਸ ਪੁੱਤ ਦੀ ਫਿਰ ਤੋਂ ਚਿੱਠੀ ਆਉਂਦੀ ਹੈ ਅਤੇ ਕਹਿੰਦਾ ਹੈ, ਮਾਂ ਮੈਂ ਵਿਆਹ ਕਰ ਲਿਆ ਹੈ। ਇਹ ਗੱਲ ਸੁਣਦੇ ਹੀ ਉਸ ਮਾਂ ਦਾ ਦਿਲ ਰੋ ਉੱਠਦਾ ਹੈ, ਤੜਫ ਉੱਠਦਾ ਹੈ ਕਿ ਮੇਰੇ ਕਿੰਨੇ ਸੁਪਨੇ ਸੀ ਕਿ ਮੇਰਾ ਪੁੱਤ ਵੱਡਾ ਹੋ ਕੇ ਕਲੈਕਟਰ ਬਣੇਗਾ, ਪੁੱਤ ਦਾ ਵਿਆਹ ਕਰੂੰਗੀ, ਨੂੰਹ ਆਵੇਗੀ, ਉਸ ਨੂੰ ਆਪਣੇ ਹੱਥਾਂ ਨਾਲ ਡੋਲੀ ਤੋਂ ਉਤਾਰੂੰਗੀ, ਹਰ ਘਰ ਵਿੱਚ ਮਿਠਾਈਆਂ ਵੰਡੂੰਗੀ, ਖੁਸ਼ੀਆਂ ਮਨਾਉਂਗੀ। ਸਾਰੇ ਸੁਪਨੇ ਰਹਿ ਗਏ ਅਤੇ ਪੁੱਤ ਨੇ ਆਪਣੀ ਮਰਜ਼ੀ ਨਾਲ ਵਿਆਹ ਕਰ ਲਿਆ ਅਤੇ ਮੈਨੂੰ ਬੁਲਾਉਣਾ ਤੱਕ ਜ਼ਰੂਰੀ ਨਹੀਂ ਸਮਝਿਆ। ਇਹ ਸੋਚਦੇ ਹੋਏ ਉਹ ਮਾਂ ਕਹਿੰਦੀ ਹੈ, ਚਲੋ ਕੋਈ ਗੱਲ ਨਹੀਂ, ਉਹ ਦੋਨੋਂ ਖੁਸ਼ ਰਹਿਣ। ਉਹ ਬੁੱਢੀ ਮਾਂ ਇਸੀ ਆਸ ਵਿੱਚ ਲੱਗੀ ਰਹਿੰਦੀ ਹੈ ਕਿ ਕਦੀ ਨਾ ਕਦੀ ਮੇਰਾ ਪੁੱਤ ਮੇਰੀ ਨੂੰਹ ਮੇਰੇ ਕੋਲ ਜ਼ਰੂਰ ਆਉਣਗੇ, 1-2 ਮਹੀਨੇ ਦੇ ਬਾਅਦ ਜ਼ਰੂਰ ਆਉਣਗੇ। ਹੁਣ ਇਸੀ ਤਰ੍ਹਾਂ 4 ਮਹੀਨੇ ਬੀਤ ਜਾਂਦੇ ਹਨ ਪਰ ਉਸ ਬੁੱਢੀ ਮਾਂ ਦਾ ਪੁੱਤ ਅਤੇ ਨੂੰਹ ਘਰ ਨਹੀਂ ਆਉਂਦੇ। ਉਹ ਬੁੱਢੀ ਮਾਂ ਆਪਣੀ ਨੂੰਹ ਨੂੰ ਦੇਖਣੇ ਦੇ ਲਈ ਤਰਸਦੀ ਰਹਿੰਦੀ ਹੈ। ਹੁਣ ਇਸੀ ਤਰ੍ਹਾਂ 10 ਮਹੀਨੇ ਬੀਤ ਜਾਂਦੇ ਹਨ ਅਤੇ ਫਿਰ ਉਹ ਪੁੱਤ ਆਪਣੀ ਮਾਂ ਨੂੰ ਚਿੱਠੀ ਲਿਖਦਾ ਹੈ। ਚਿੱਠੀ ਵਿੱਚ ਲਿਖਦਾ ਹੈ ਕਿ ਮਾਂ ਤੁਹਾਡਾ ਇੱਕ ਪੋਤਾ ਹੋਇਆ ਹੈ, ਤੁਹਾਡੀ ਨੂੰਹ ਮਾਂ ਬਣ ਗਈ ਹੈ। ਜਦ ਉਸ ਮਾਂ ਦਾ ਧੀਰਜ ਦਾ ਬੰਨ ਟੁੱਟ ਗਿਆ, ਉਸ ਤੋਂ ਰਿਹਾ ਨਹੀਂ ਗਿਆ। ਉਸਨੇ ਸੋਚਿਆ, ਪੁੱਤ ਤਾਂ ਨਹੀਂ ਆ ਰਿਹਾ ਹੈ ਪਰ ਮੈਂ ਤਾਂ ਜਾ ਸਕਦੀ ਹਾਂ। ਉਹ ਬੁੱਢੀ ਮਾਂ ਆਪਣੇ ਪੋਤੇ ਨੂੰ ਦੇਖਣੇ ਦੀ ਲਾਲਸਾ ਵਿੱਚ ਉਸਦੇ ਲਈ ਕੁਝ ਕੱਪੜੇ, ਮਿਠਾਈਆਂ ਅਤੇ ਖਿਡੌਣੇ ਖਰੀਦਦੀ ਹੈ ਅਤੇ ਆਪਣੀ ਨੂੰਹ ਦੇ ਲਈ ਸੂਟ ਖਰੀਦਦੀ ਹੈ ਅਤੇ ਇਹ ਸਭ ਸਮਾਨ ਲੈ ਕੇ ਉਹ ਸ਼ਹਿਰ ਦੀ ਤਰਫ ਚੱਲ ਪੈਂਦੀ ਹੈ। ਉਸ ਬੁੱਢੀ ਮਾਂ ਦੇ ਪੁੱਤ ਨੇ ਜੋ ਚਿੱਠੀ ਲਿਖੀ ਸੀ, ਉਸ ਚਿੱਠੀ ਪਰ ਜੋ ਐਡਰੈਸ ਸੀ, ਉਸੇ ਐਡਰੈਸ ਨੂੰ ਲੈ ਕੇ ਉਹ ਸ਼ਹਿਰ ਵਿੱਚ ਆ ਜਾਂਦੀ ਹੈ ਜਿੱਥੇ ਉਸਦਾ ਪੁੱਤ ਸੀ ਅਤੇ ਸਾਹਮਣੇ ਦੇਖਦੀ ਹੈ 2 ਮੰਜ਼ਿਲ ਕੋਠੀ, ਨੌਕਰ ਚਾਕਰ, ਚਮਚਮਾਤੀ ਗੱਡੀ। ਇਹ ਦੇਖ ਕੇ ਬੁੱਢੀ ਮਾਂ ਬਹੁਤ ਹੀ ਖੁਸ਼ ਹੁੰਦੀ ਹੈ ਕਿ ਅੱਜ ਉਸਦਾ ਪੁੱਤ ਕਿੰਨੀ ਐਸ਼ ਆਰਾਮ ਦੀ ਜ਼ਿੰਦਗੀ ਜੀ ਰਿਹਾ ਹੈ, ਕਿੰਨਾ ਸੁਖੀ ਹੈ। ਉਸ ਬੁੱਢੀ ਮਾਂ ਨੇ ਜਿਵੇਂ ਹੀ ਪਹਿਲਾ ਕਦਮ ਉਸ ਘਰ ਦੇ ਅੰਦਰ ਰੱਖਣਾ ਚਾਹਿਆ, ਗੇਟ ਪਰ ਰੱਖਣਾ ਚਾਹਿਆ ਤਾਂ ਦਰਵਾਜ਼ੇ ਪਰ ਖੜੇ ਚੌਕੀਦਾਰ ਨੇ ਉਹਨਾਂ ਨੂੰ ਰੋਕ ਲਿਆ ਅਤੇ ਸੋਚਣ ਲੱਗਾ, ਇਹ ਕਾਲੀ ਕੁਲਾਟੀ ਕਾਣੀ ਬੁੱਢੀ ਕਿੱਥੇ ਜਾ ਰਹੀ ਹੈ। ਉਸਨੇ ਕਿਹਾ, ਬੁੱਢੀ ਕਿੱਥੇ ਜਾ ਰਹੀ ਹੋ?
ਤਾਂ ਉਸ ਬੁੱਢੀ ਮਾਂ ਨੇ ਕਿਹਾ, ਬੇਟੇ ਇਹ ਮੇਰੇ ਪੁੱਤ ਦਾ ਘਰ ਹੈ, ਮੈਂ ਆਪਣੇ ਪੁੱਤ ਅਤੇ ਪੋਤੇ ਨੂੰ ਮਿਲਣ ਜਾ ਰਹੀ ਹਾਂ। ਤਾਂ ਉਸ ਚੌਕੀਦਾਰ ਨੇ ਕਿਹਾ, ਤੁਸੀਂ ਕਿਆ ਭੰਗ ਖਾ ਰੱਖੀ ਹੈ? ਤੁਸੀਂ ਆਪਣੀ ਸ਼ਕਲ ਕਿਆ ਕਦੀ ਸ਼ੀਸ਼ੇ ਵਿੱਚ ਦੇਖੀ ਹੈ? ਕਾਲੀ ਕੁਲਾਟੀ ਫਟੇ ਪੁਰਾਣੇ ਕੱਪੜੇ ਪਹਿਨੀ ਹੋ, ਇੱਕ ਅੱਖ ਤੋਂ ਕਾਣੀ ਹੋ ਅਤੇ ਕਹਿ ਰਹੀ ਹੋ ਕਲੈਕਟਰ ਬਾਬੂ ਤੁਹਾਡਾ ਪੁੱਤ ਹੈ। ਜਾਓ, ਇਹ ਤੁਹਾਡੇ ਪੁੱਤ ਦਾ ਘਰ ਨਹੀਂ ਹੈ। ਜਦ ਉਸ ਬੁੱਢੀ ਮਾਂ ਨੇ ਕਿਹਾ, ਇਹ ਮੇਰੇ ਪੁੱਤ ਦਾ ਹੀ ਘਰ ਹੈ, ਇੱਥੇ ਮੇਰਾ ਪੁੱਤ ਹੀ ਰਹਿੰਦਾ ਹੈ, ਤੁਸੀਂ ਇਹ ਚਿੱਠੀ ਦੇਖ ਲਓ। ਜਦ ਉਸ ਚੌਕੀਦਾਰ ਨੇ ਉਸ ਚਿੱਠੀ ਨੂੰ ਦੇਖਿਆ ਤਾਂ ਉਸਨੇ ਕਿਹਾ, ਹਾਂ ਗੱਲ ਤਾਂ ਸੱਚ ਹੈ, ਇਹ ਬੁੱਢੀ ਮਾਂ ਸੱਚ ਕਹਿ ਰਹੀ ਹੈ। ਫਿਰ ਉਸਨੇ ਕਿਹਾ, ਜਾਓ, ਕਲੈਕਟਰ ਬਾਬੂ ਘਰ ਦੇ ਅੰਦਰ ਹਨ, ਉੱਪਰ ਵਾਲੇ ਕਮਰੇ ਵਿੱਚ ਹਨ। ਹੁਣ ਉਹ ਬੁੱਢੀ ਮਾਂ ਘਰ ਦੇ ਅੰਦਰ ਚਲੀ ਜਾਂਦੀ ਹੈ ਅਤੇ ਜਾਂਦੇ ਹੀ ਸਭ ਤੋਂ ਪਹਿਲਾਂ ਆਪਣੇ ਪੋਤੇ ਨੂੰ ਦੇਖਦੀ ਹੈ ਕਿ ਉਹਨਾਂ ਦਾ ਪੋਤਾ ਪਾਲਣੇ ਵਿੱਚ ਝੂਲ ਰਿਹਾ ਹੈ। ਹੁਣ ਉਹ ਬੁੱਢੀ ਮਾਂ ਆਪਣੇ ਪੋਤੇ ਨੂੰ ਦੇਖਦੀ ਹੈ, ਉਸ ਨੂੰ ਲਾਡ ਦੁਲਾਰ ਕਰਨੇ ਦੇ ਲਈ ਦੌੜਦੀ ਹੈ ਅਤੇ ਆਪਣੀ ਗੋਦ ਵਿੱਚ ਚੁੱਕ ਲੈਂਦੀ ਹੈ। ਜਿਵੇਂ ਹੀ ਉਸ ਬੁੱਢੀ ਮਾਂ ਨੇ ਉਸ ਬੱਚੇ ਨੂੰ ਗੋਦ ਵਿੱਚ ਚੁੱਕਿਆ, ਉਹ ਬੱਚਾ ਰੋਣ ਲੱਗਦਾ ਹੈ। ਰਸੋਈ ਵਿੱਚ ਕੰਮ ਕਰ ਰਹੀ ਉਸ ਬੁੱਢੀ ਮਾਂ ਦੀ ਨੂੰਹ ਨੇ ਜਦ ਆਪਣੇ ਬੱਚੇ ਦੀ ਰੋਣੇ ਦੀ ਆਵਾਜ਼ ਸੁਣੀ ਤਾਂ ਉਸਨੇ ਕਿਹਾ, ਬੱਚਾ ਕਿਉਂ ਰੋਣ ਲੱਗਾ, ਕਿਆ ਗੱਲ ਹੈ? ਅਤੇ ਬੈੱਡਰੂਮ ਵਿੱਚ ਜੋ ਉਸ ਬੁੱਢੀ ਮਾਂ ਦਾ ਪੁੱਤ ਸੀ ਉਹ ਵੀ ਭੱਜਦਾ ਹੋਇਆ ਆਇਆ ਕਿ ਬੱਚਾ ਇੰਨੀ ਤੇਜ਼ ਕਿਉਂ ਰੋਣ ਲੱਗਾ। ਜਦ ਉਸਦੀ ਨੂੰਹ ਨੇ ਦੇਖਿਆ, ਮੈਲੇ ਕੁਚੈਲੇ ਕੱਪੜੇ ਪਹਿਨੇ ਹੋਈ ਕਾਲੀ ਕੁਲਾਟੀ ਕਾਣੀ ਬੁੱਢੀ ਉਸ ਦੇ ਬੱਚੇ ਨੂੰ ਗੋਦ ਵਿੱਚ ਚੁੱਕੀ ਹੋਈ ਹੈ ਤਾਂ ਉਹ ਡਰ ਜਾਂਦੀ ਹੈ। ਉਹ ਸੋਚਦੀ ਹੈ ਕਿ ਇਹ ਕੋਈ ਬੱਚੇ ਫੜਨੇ ਵਾਲੀ ਹੈ ਅਤੇ ਉਹ ਤੁਰੰਤ ਕਹਿੰਦੀ ਹੈ, ਤੈਨੂੰ ਕਿਸੇ ਨੇ ਰੋਕਿਆ ਨਹੀਂ, ਤੂੰ ਇੱਥੇ ਕਿਵੇਂ ਆ ਗਈ, ਕੌਣ ਹੋ ਤੁਸੀਂ? ਜਦ ਤੱਕ ਉਸ ਬੁੱਢੀ ਮਾਂ ਦਾ ਪੁੱਤ ਵੀ ਆ ਜਾਂਦਾ ਹੈ। ਜਦ ਉਸ ਬੁੱਢੀ ਮਾਂ ਨੇ ਆਪਣੇ ਪੁੱਤ ਨੂੰ ਦੇਖਿਆ ਅਤੇ ਕਿਹਾ, ਪੁੱਤ ਤੂੰ ਮੇਰੇ ਨਾਲ ਮਿਲਣ ਨਹੀਂ ਆਇਆ, ਨੂੰਹ ਨੂੰ ਲੈ ਕੇ ਨਹੀਂ ਆਇਆ, ਮੈਨੂੰ ਆਪਣੇ ਪੋਤੇ ਨੂੰ ਦੇਖਣਾ ਸੀ, ਮੈਨੂੰ ਸਭ ਦੀ ਯਾਦ ਆ ਰਹੀ ਸੀ, ਇਸ ਲਈ ਮੈਂ ਚਲੀ ਆਈ। ਇਹ ਗੱਲ ਸੁਣਦੇ ਹੀ ਉਸ ਨੂੰਹ ਨੇ ਆਪਣੇ ਪਤੀ ਨੂੰ ਕਿਹਾ, ਕਿਉਂ ਜੀ, ਤੁਸੀਂ ਤਾਂ ਕਦੀ ਦੱਸਿਆ ਨਹੀਂ ਕਿ ਤੁਹਾਡੀ ਮਾਂ ਵੀ ਹੈ। ਕਿਆ ਇਹੀ ਤੁਹਾਡੀ ਮਾਂ ਹੈ? ਕਿਆ ਤੇਰੀ ਮਾਂ ਇੰਨੀ ਦਰਿੱਦਰ ਹੈ? ਤੁਸੀਂ ਇੰਨੇ ਦਰਿੱਦਰ ਖਾਨਦਾਨ ਤੋਂ ਹੋ? ਹੁਣ ਆਪਣੀ ਪਤਨੀ ਦੀ ਇਹ ਗੱਲ ਸੁਣ ਕੇ ਉਸ ਪੁੱਤ ਨੂੰ ਬੜੀ ਸ਼ਰਮ ਆਈ ਅਤੇ ਉਸਨੇ ਝੱਟ ਨਾਲ ਕਿਹਾ, ਨਹੀਂ ਨਹੀਂ, ਮੇਰੀ ਮਾਂ ਨਹੀਂ ਹੈ, ਮੈਂ ਇਹਨਾਂ ਨੂੰ ਨਹੀਂ ਜਾਣਦਾ। ਪੁੱਤ ਕਿਵੇਂ ਗੱਲ ਕਰ ਰਹੇ ਹੋ? ਮੈਂ ਤੇਰੀ ਮਾਂ ਹਾਂ, ਤੇਰੇ ਨਾਲ ਮਿਲਣ ਆਈ ਹਾਂ। ਹੁਣ ਉਹ ਪੁੱਤ ਤੁਰੰਤ ਕਹਿੰਦਾ ਹੈ ਕਿ ਨਹੀਂ ਨਹੀਂ, ਇਹ ਮੇਰੀ ਮਾਂ ਨਹੀਂ ਹੈ, ਮੈਂ ਇਹਨਾਂ ਨੂੰ ਨਹੀਂ ਜਾਣਦਾ। ਉਹ ਪੁੱਤ ਆਪਣੀ ਮਾਂ ਨੂੰ ਪਹਿਚਾਨਣੇ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੰਦਾ ਹੈ। ਹੁਣ ਇਹ ਗੱਲ ਸੁਣਨੇ ਦੇ ਬਾਅਦ ਉਸ ਬੁੱਢੀ ਮਾਂ ਦਾ ਦਿਲ ਚੂਰ-ਚੂਰ ਹੋ ਜਾਂਦਾ ਹੈ। ਉਸ ਨੂੰ ਬੜਾ ਦੁੱਖ ਹੁੰਦਾ ਹੈ। ਪੂਰਾ ਜੀਵਨ ਉਸਦੇ ਲਈ ਮਰ ਮਿਟਦੀ ਹੈ ਅਤੇ ਉਹ ਪੁੱਤ ਬੜਾ ਹੋ ਕੇ ਜਦ ਵਿਆਹ ਹੋ ਜਾਂਦਾ ਹੈ ਤਾਂ ਆਪਣੀ ਪਤਨੀ ਦੀ ਸੁੰਦਰਤਾ ਵਿੱਚ ਖੋ ਕੇ ਮਾਂ ਨੂੰ ਭੁੱਲ ਜਾਂਦਾ ਹੈ। ਜਦ ਉਸ ਮਾਂ ਨੇ ਰੋਂਦੇ ਹੋਏ ਦਿਲ ਨਾਲ ਕਿਹਾ, ਪੁੱਤ ਮੇਰਾ ਪੁੱਤ ਵੀ ਤੇਰੇ ਜੈਸਾ ਦਿਖਦਾ ਹੈ, ਇਸ ਲਈ ਮੈਂ ਇੱਥੇ ਚਲੀ ਆਈ। ਮੈਂ ਸੋਚਿਆ ਤੂੰ ਹੀ ਮੇਰਾ ਪੁੱਤ ਹੈ, ਹੋ ਸਕਦਾ ਹੈ ਮੈਨੂੰ ਗਲਤਫਹਿਮੀ ਹੋਈ ਹੈ। ਠੀਕ ਹੈ, ਮੈਂ ਜਾ ਰਹੀ ਹਾਂ। ਉਹ ਮਾਂ ਇੰਨਾ ਕਹਿ ਕੇ ਚਲੀ ਜਾਂਦੀ ਹੈ ਅਤੇ ਗੇਟ ਪਰ ਜਾ ਕੇ ਉਸ ਚੌਕੀਦਾਰ ਨੂੰ ਕਹਿੰਦੀ ਹੈ, ਬੇਟੇ ਮੈਨੂੰ ਇਸ ਕਲੈਕਟਰ ਬਾਬੂ ਨੂੰ ਇੱਕ ਚਿੱਠੀ ਲਿਖਣੀ ਹੈ, ਕਿਆ ਤੁਸੀਂ ਲਿਖ ਸਕਦੇ ਹੋ? ਤਾਂ ਉਸ ਚੌਕੀਦਾਰ ਨੇ ਸੋਚਿਆ, ਚਲੋ ਬੁੱਢੀ ਮਾਂ ਹੈ, ਕਲੈਕਟਰ ਸਾਹਿਬ ਨੂੰ ਚਿੱਠੀ ਲਿਖਣਾ ਚਾਹੁੰਦੀ ਹੈ, ਲਿਖ ਦਿੰਦਾ ਹਾਂ। ਹੁਣ ਚਿੱਠੀ ਲਿਖਣੇ ਦੇ ਬਾਅਦ ਉਹ ਮਾਂ ਚਿੱਠੀ ਨੂੰ ਲੈ ਕੇ ਘਰ ਵਿੱਚ ਬਣੇ ਹਾਲ ਵਿੱਚ ਆ ਜਾਂਦੀ ਹੈ। ਹਾਲ ਵਿੱਚ ਹੀ ਇੱਕ ਪੱਖਾ ਲੱਗਿਆ ਹੋਇਆ ਸੀ। ਉਹ ਬੁੱਢੀ ਮਾਂ ਆਪਣੀ ਚੁੰਨੀ ਨੂੰ ਉਸ ਪੱਖੇ ਵਿੱਚ ਬੰਨ੍ਹਦੀ ਹੈ ਅਤੇ ਚਿੱਠੀ ਨੂੰ ਹੱਥ ਵਿੱਚ ਲੈਂਦੀ ਹੈ, ਉਸ ਚੁੰਨੀ ਨਾਲ ਬਣੇ ਫੰਦੇ ਨਾਲ ਲਟਕ ਜਾਂਦੀ ਹੈ। ਹੁਣ ਉਹ ਬੁੱਢੀ ਮਾਂ ਇਸ ਦੁਨੀਆ ਤੋਂ ਚਲੀ ਗਈ, ਉਸ ਦੀ ਮੌਤ ਹੋ ਜਾਂਦੀ ਹੈ। ਜਿਉਂਦੇ ਜੀ ਉਸ ਮਾਂ ਨੂੰ ਸੁੱਖ ਨਸੀਬ ਨਹੀਂ ਹੋਇਆ ਅਤੇ ਬੁਢਾਪੇ ਵਿੱਚ ਉਸਦੇ ਪੁੱਤ ਨੇ ਉਸ ਨੂੰ ਪਹਿਚਾਨਣੇ ਤੋਂ ਇਨਕਾਰ ਕਰ ਦਿੱਤਾ। ਸੋਚੋ ਕਿੰਨਾ ਵੱਡਾ ਦੁੱਖ ਲੱਗਿਆ ਉਸ ਮਾਂ ਨੂੰ ਕਿ ਉਸ ਨੇ ਆਤਮ ਹੱਤਿਆ ਕਰ ਲਈ ਅਤੇ ਆਪਣੇ
ਪੁੱਤ ਦੇ ਨਾਮ ਇੱਕ ਚਿੱਠੀ ਛੱਡ ਦਿੱਤੀ। ਹੁਣ ਕੁਝ ਸਮੇਂ ਬਾਅਦ ਉਸ ਬੁੱਢੀ ਮਾਂ ਦਾ ਪੁੱਤ ਸੂਟ ਬੂਟ ਪਹਿਨੇ ਤਿਆਰ ਹੋ ਕੇ ਦਫ਼ਤਰ ਦੇ ਲਈ ਛੱਤ ਦੀ ਪੌੜੀਆਂ ਤੋਂ ਨੀਚੇ ਉਤਰਦਾ ਹੈ ਅਤੇ ਉਸਦੇ ਪਿੱਛੇ ਪਿੱਛੇ ਉਸਦੀ ਪਤਨੀ ਵੀ ਆਉਂਦੀ ਹੈ। ਜਦ ਉਹ ਬੇਟਾ ਦੇਖਦਾ ਹੈ ਕਿ ਉਸਦੀ ਮਾਂ ਫਾਂਸੀ ਦੇ ਫੰਦੇ ਨਾਲ ਝੂਲ ਰਹੀ ਹੈ, ਉਸਦੀ ਮੌਤ ਹੋ ਚੁੱਕੀ ਹੈ, ਤਾਂ ਉਸ ਪੁੱਤ ਨੇ ਸੋਚਿਆ, ਮੈਂ ਤਾਂ ਛੋਟੀ ਜਿਹੀ ਗਲਤੀ ਕੀਤੀ ਸੀ। ਮਾਂ ਨੇ ਤਾਂ ਆਤਮ ਹੱਤਿਆ ਹੀ ਕਰ ਲਈ, ਮੈਨੂੰ ਇੰਨੀ ਵੱਡੀ ਸਜ਼ਾ ਦੇ ਦਿੱਤੀ। ਜਦ ਉਸ ਨੂੰ ਨੇ ਕਿਹਾ, ਕਿਉਂ ਜੀ, ਇਹ ਤੁਹਾਡੀ ਮਾਂ ਹੀ ਸੀ ਨਾ, ਤੁਸੀਂ ਝੂਠ ਕਿਉਂ ਬੋਲਿਆ? ਇਹ ਤੁਹਾਡੀ ਮਾਂ ਸੀ ਕਿ ਨਹੀਂ? ਹੁਣ ਇਸ ਤੋਂ ਪਹਿਲਾਂ ਪੁੱਤ ਕੁਝ ਜਵਾਬ ਦਿੰਦਾ, ਉਹਨੂੰ ਤੁਰੰਤ ਉਸ ਬੁੱਢੀ ਮਾਂ ਦੇ ਹੱਥ ਤੋਂ ਉਹ ਚਿੱਠੀ ਕੱਢ ਕੇ ਪੜ੍ਹਨ ਲੱਗਦੀ ਹੈ। ਚਿੱਠੀ ਵਿੱਚ ਲਿਖਿਆ ਸੀ, ਪੁੱਤ, ਬਚਪਨ ਤੋਂ ਲੈ ਕੇ ਅੱਜ ਤੱਕ ਤੂੰ ਮੈਨੂੰ ਬਦਸੂਰਤ ਸਮਝਦਾ ਰਿਹਾ। ਮੈਂ ਤੈਨੂੰ ਸੁੰਦਰ ਨਹੀਂ ਲੱਗਦੀ, ਤਾਂ ਇਸ ਦਾ ਕਾਰਨ ਵੀ ਜਾਣ ਲਓ ਕਿ ਮੈਂ ਸੁੰਦਰ ਕਿਉਂ ਨਹੀਂ ਲੱਗਦੀ। ਮੈਂ ਕਾਣੀ ਕਿਉਂ ਹੋ ਗਈ, ਇੱਕ ਅੱਖ ਤੋਂ ਅੰਨੀ ਕਿਉਂ ਹੋ ਗਈ। ਪੁੱਤ, ਤੇਰੀ ਅੱਖ ਵਿੱਚ ਸਰੀਆ ਵੜ ਗਿਆ ਸੀ। ਡਾਕਟਰ ਨੇ ਕਿਹਾ ਸੀ ਮੈਂ ਆਪਣੀ ਅੱਖ ਤੈਨੂੰ ਦੇ ਦੇਵਾਂਗੀ ਤਾਂ ਤੂੰ ਠੀਕ ਹੋ ਜਾਵੇਂਗਾ, ਅਤੇ ਮੈਂ ਐਸਾ ਹੀ ਕੀਤਾ, ਅਤੇ ਅੱਜ ਤੂੰ ਆਪਣੀ ਦੂਜੀ ਅੱਖ ਨਾਲ ਵੀ ਇਸ ਦੁਨੀਆ ਨੂੰ ਦੇਖ ਪਾ ਰਿਹਾ ਹੈ। ਜੋ ਅੱਖ ਤੇਰੇ ਅੰਦਰ ਲੱਗੀ ਹੈ ਬੇਟਾ, ਉਹ ਮੇਰੀ ਹੀ ਅੱਖ ਹੈ। ਜਾਂਦੇ ਜਾਂਦੇ ਤੈਨੂੰ ਦੁਆ ਦਿੰਦੀ ਹਾਂ ਕਿ ਤੂੰ ਹਮੇਸ਼ਾ ਖੁਸ਼ ਰਹਿਣਾ। ਤੈਨੂੰ ਇਸ ਮਾਂ ਤੋਂ ਸ਼ਰਮ ਆ ਰਹੀ ਸੀ, ਤਾਂ ਅੱਜ ਹੀ ਮਾਂ ਤੈਨੂੰ ਛੱਡ ਕੇ ਜਾ ਰਹੀ ਹੈ। ਤੈਨੂੰ ਹੁਣ ਕਦੀ ਸ਼ਰਮ ਨਹੀਂ ਆਵੇਗੀ, ਸਮਾਜ ਵਿੱਚ ਤੇਰਾ ਸਨਮਾਨ ਖਰਾਬ ਨਹੀਂ ਹੋਵੇਗਾ। ਇਹ ਚਿੱਠੀ ਪੜ੍ਹਦੇ ਹੀ ਉਹ ਬੇਟਾ ਜ਼ਮੀਨ ਪਰ ਬੈਠ ਜਾਂਦਾ ਹੈ ਅਤੇ ਫੁੱਟ-ਫੁੱਟ ਕੇ ਰੋਣ ਲੱਗਦਾ ਹੈ। ਤਾਂ ਦੋਸਤੋ, ਐਸੀ ਸੀ ਬੁੱਢੀ ਮਾਂ ਦੀ ਦੁੱਖ ਭਰੀ ਕਹਾਣੀ, ਜਿਸ ਮਾਂ ਨੇ ਆਪਣੇ ਬੱਚੇ ਦੇ ਲਈ ਸਭ ਕੁਝ ਨਿਛਾਵਰ ਕਰ ਦਿੱਤਾ। ਅੱਜ ਉਸੀ ਨੂੰ ਇਹ ਸਜ਼ਾ ਮਿਲੀ, ਉਸ ਨੂੰ ਇਹ ਦਿਨ ਦੇਖਣਾ ਪਿਆ। ਭਗਵਾਨ ਕਰੇ ਐਸਾ ਕਿਸੇ ਦੇ ਨਾਲ ਨਾ ਹੋ। ਹਰ ਕੋਈ ਆਪਣੇ ਮਾਂ-ਬਾਪ ਨਾਲ ਪਿਆਰ ਕਰੇ, ਉਹਨਾਂ ਦਾ ਸਨਮਾਨ ਕਰੇ ਅਤੇ ਹਰ ਮਾਂ-ਬਾਪ ਆਪਣੇ ਬੱਚਿਆਂ ਦੇ ਨਾਲ ਰਹੇ। ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।